Good morning, students. Welcome to Krypton Academy of Chemistry. ਆਮ ਸਾਹਿਲ ਲਾਸਟ ਟਾਈਮ ਮੈਂ ਤੁਹਾਨੂੰ ਲੋਸ ਆਫ ਕੈਮੀਕਲ ਕੰਬੀਨੇਸ਼ਨ ਦੇ ਵਿੱਚੋਂ ਫਸਟ ਦੋ ਲੋ ਕਰਵਾਈ ਸੀ। ਫਸਟ ਲੋ ਸੀ ਆਪਣਾ ਲੋ ਆਫ ਕੰਜ਼ਰਵੇਸ਼ਨ ਆਫ ਮਾਸ ਐਂਡ ਸੈਕਿੰਡ ਲੋ ਸੀ ਲੋ ਆਫ ਕੌਂਸਟੈਂਟ ਕੰਪੋਜੀਸ਼ਨ। ਅੱਜ ਆਪਾਂ ਥਰਡ ਲੋ ਕਰਾਂਗੇ। ਥਰਡ ਲੋ ਹੈ ਆਪਣੇ ਕੋਲੇ ਲੋ ਆਫ ਮਲਟੀਪਲ ਪ੍ਰਪੋਰਸ਼ਨ। ਹੁਣ ਦੇਖੋ ਲੋ ਆਫ ਮਲਟੀਪਲ ਪ੍ਰਪੋਰਸ਼ਨ ਇਸ ਲੋ ਦੇ ਵਿੱਚ ਕੀ ਹੈ। ਇਹ ਲੋ ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਸੀਗਾ, ਜਿਸ ਸਾਇੰਟਿਸਟ ਨੇ ਲੋ ਦਿੱਤਾ ਉਹਨਾਂ ਦਾ ਨਾਮ ਸੀ ਜੌਨ ਡਾਲਟਨ। ਹੁਣ ਜੌਨ ਡਾਲਟਨ ਦਾ ਕੀ ਕਹਿਣਾ ਸੀ, ਕਹਿੰਦਾ ਜਦੋਂ ਵੀ ਕੋਈ ਦੋ ਐਲੀਮੈਂਟ ਆਪਸ ਦੇ ਵਿੱਚ ਕੰਬਾਈਨ ਕਰਦੇ ਹੈ ਤੇ ਮਿਲ ਕੇ ਦੋ ਜਾਂ ਦੋ ਤੋਂ ਵੱਧ ਕੰਪਾਊਂਡ ਬਣਾਉਂਦੇ ਹੈ। ਜਦੋਂ ਵੀ ਕੋਈ ਦੋ ਐਲੀਮੈਂਟਸ ਆਪਸ 'ਚ ਕੰਬਾਈਨ ਕਰਨਗੇ, ਦੋ ਜਾਂ ਦੋ ਤੋਂ ਜ਼ਿਆਦਾ ਕੰਪਾਊਂਡ ਬਣਾਉਣਗੇ, ਤਾਂ ਉਹਨਾਂ ਦੇ ਵਿੱਚ ਕੀ ਹੋਊਗਾ, ਉਹਨਾਂ ਦੇ ਵਿੱਚ ਇੱਕ ਐਲੀਮੈਂਟ ਦਾ ਮਾਸ ਤਾਂ ਫਿਕਸ ਹੋਊਗਾ ਅਤੇ ਦੂਸਰੇ ਐਲੀਮੈਂਟ ਦਾ ਮਾਸ ਕੀ ਕਰਦਾ ਰਹੂਗਾ, ਵੇਰੀ ਕਰਦਾ ਰਹੂਗਾ। ਠੀਕ ਹੈ, ਮਤਲਬ ਕਿ ਵੈਨ ਟੂ ਐਲੀਮੈਂਟਸ ਕੰਬਾਈਨ ਟੂ ਫੋਰਮ ਟੂ ਔਰ ਮੋਰ ਕੈਮੀਕਲ ਕੰਪਾਊਂਡਸ ਦੈਨ ਦਾ ਮਾਸ ਆਫ ਵਨ ਐਲੀਮੈਂਟ, ਅਤੇ ਇੱਕ ਐਲੀਮੈਂਟ ਦਾ ਮਾਸ ਕੀ ਹੋਊਗਾ, ਫਿਕਸ, ਅਤੇ ਦੂਸਰੇ ਐਲੀਮੈਂਟ ਦਾ ਮਾਸ ਕੀ ਕਰੂਗਾ, ਵੇਰੀ, ਵਿਚ ਕੰਬਾਈਨਸ ਵਿਦ ਏ ਫਿਕਸਡ ਮਾਸ ਆਫ ਅਦਰ ਬੀਅਰਸ ਸਿੰਪਲ ਹੋਲ ਨੰਬਰ ਰੇਸ਼ੋ। ਕਲੀਅਰ ਹੈ, ਮਤਲਬ ਇੱਕ ਐਲੀਮੈਂਟ ਦਾ ਮਾਸ ਤਾਂ ਫਿਕਸ ਰਹੂਗਾ, ਦੂਸਰੇ ਐਲੀਮੈਂਟ ਦਾ ਮਾਸ ਕੀ ਕਰੂਗਾ, ਵੇਰੀ ਕਰੂਗਾ, ਅਤੇ ਜਿਹੜੀ ਰੇਸ਼ੋ ਦੇ ਵਿੱਚ ਵੇਰੀ ਕਰੂਗਾ ਉਹ ਸਿੰਪਲ ਕੀ ਹੋਊਗੀ, ਹੋਲ ਨੰਬਰ ਰੇਸ਼ੋ ਹੋਊਗੀ। ਹੁਣ ਇਸ ਨੂੰ ਆਪਾਂ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਸਪੋਜ਼ ਕਰੋ ਆਪਣੇ ਕੋਲ ਐਲੀਮੈਂਟਸ ਨੇ ਕਾਰਬਨ ਅਤੇ ਆਕਸੀਜਨ। ਠੀਕ ਹੈ, ਕਾਰਬਨ ਅਤੇ ਆਕਸੀਜਨ ਨੇ ਮਿਲ ਕੇ ਇੱਕ ਵਾਰੀ ਕੀ ਬਣਾਤੀ, ਕਾਰਬਨ ਮੋਨੋਕਸਾਈਡ, ਇੱਕ ਵਾਰੀ ਕਾਰਬਨ ਅਤੇ ਆਕਸੀਜਨ ਨੇ ਮਿਲ ਕੇ ਕੀ ਬਣਾਤੀ, ਕਾਰਬਨ ਡਾਈਆਕਸਾਈਡ। ਠੀਕ ਹੈ, ਦੋ ਐਲੀਮੈਂਟ ਸੀ ਜੋ ਕੰਬਾਈਨ ਕੀਤੇ, ਦੋ ਕੰਪਾਊਂਡ ਬਣ ਗਏ, ਜਾਂ ਤਾਂ ਦੋ ਬਣਨਗੇ ਜਾਂ ਦੋ ਤੋਂ ਕੀ ਬਣੂਗਾ, ਜ਼ਿਆਦਾ ਬਣੂਗਾ। ਹੁਣ ਅਗਰ ਦੋ ਐਲੀਮੈਂਟਸ ਕੰਬਾਈਨ ਕੀਤੇ ਤਾਂ ਆਪਣੇ ਕੋਲ ਦੋ ਕੰਪਾਊਂਡ ਆਪਾਂ ਨੂੰ ਕਲੀਅਰਲੀ ਦਿਖ ਰਹੇ ਆ, ਇੱਕ ਕਾਰਬਨ ਮੋਨੋਕਸਾਈਡ, ਇੱਕ ਕਾਰਬਨ ਡਾਈਆਕਸਾਈਡ। ਹੁਣ ਇਹਨਾਂ ਕੰਪਾਊਂਡ ਦੇ ਵਿੱਚ ਧਿਆਨ ਨਾਲ ਦੇਖੋ, ਜਿਹੜਾ ਕਾਰਬਨ ਹੈ ਕਲੀਅਰ ਕੱਟ ਦਿਖ ਰਿਹਾ, ਕਾਰਬਨ ਦਾ ਮਾਸ ਦੋਨੋਂ ਕੰਪਾਊਂਡ ਦੇ ਵਿੱਚ ਕੀ ਹੈ, ਫਿਕਸ ਹੈ, ਬਟ ਆਕਸੀਜਨ ਦਾ ਮਾਸ ਕੀ ਕਰ ਰਿਹਾ ਹੈ, ਵੇਰੀ। ਫਸਟ ਕੰਪਾਊਂਡ ਦੇ ਵਿੱਚ ਕਾਰਬਨ ਅਤੇ ਆਕਸੀਜਨ ਦੀ ਰੇਸ਼ੋ ਕਿੰਨੀ ਹੈ, 12:16। ਗ੍ਰਾਮ ਐਟੋਮਿਕ ਮਾਸ ਹੁੰਦਾ ਕਾਰਬਨ ਦਾ 12 ਗ੍ਰਾਮ, ਆਕਸੀਜਨ ਦਾ ਗ੍ਰਾਮ ਐਟੋਮਿਕ ਮਾਸ ਹੁੰਦਾ ਹੈ 16 ਗ੍ਰਾਮ। ਸੈਕਿੰਡ ਕੇਸ ਦੇ ਵਿੱਚ ਜੋ CO2 ਹੈ ਉਸ ਦੇ ਵਿੱਚ ਕਾਰਬਨ ਅਤੇ ਆਕਸੀਜਨ ਦੀ ਰੇਸ਼ੋ ਕਿੰਨੀ ਵੇਰੀ ਕਰ ਰਹੀ ਹੈ। ਸੈਕਿੰਡ ਕੰਪਾਊਂਡ 'ਚ ਕਾਰਬਨ ਤਾਂ ਫਿਕਸ ਹੈ 12 ਗ੍ਰਾਮ, ਅਤੇ ਆਕਸੀਜਨ ਕਿੰਨਾ ਆਪਣੇ ਕੋਲੇ 32 ਗ੍ਰਾਮ। ਹੁਣ ਦੇਖੋ ਕਾਰਬਨ ਦਾ ਮਾਸ ਤੁਹਾਨੂੰ ਕਲੀਅਰ ਕੱਟ ਦਿਖ ਰਿਹਾ ਕਿ ਕਾਰਬਨ ਦਾ ਮਾਸ ਕੀ ਹੈ, ਫਿਕਸ ਹੈ, ਬਟ ਆਕਸੀਜਨ ਦਾ ਮਾਸ ਕੀ ਕਰ ਰਿਹਾ, ਵੇਰੀ ਕਰ ਰਿਹਾ। ਹੁਣ ਕਿਹੜੀ ਰੇਸ਼ੋ ਦੇ ਵਿੱਚ ਵੇਰੀ ਕਰ ਰਿਹਾ ਹੈ, ਉਹ ਰੇਸ਼ੋ ਕੀ ਹੋਊਗੀ, ਹੋਲ ਨੰਬਰ ਰੇਸ਼ੋ ਹੋਊਗੀ। ਹੁਣ ਆਕਸੀਜਨ ਦਾ ਮਾਸ ਫਸਟ ਕੰਪਾਊਂਡ ਅਤੇ ਸੈਕਿੰਡ ਕੰਪਾਊਂਡ ਦੇ ਵਿੱਚ ਰੇਸ਼ੋ ਕੀ ਆਊਗੀ, ਆਕਸੀਜਨ ਇਨ ਫਸਟ ਕੰਪਾਊਂਡ, ਆਕਸੀਜਨ ਇਨ ਸੈਕਿੰਡ ਕੰਪਾਊਂਡ, ਰੇਸ਼ੋ ਕੀ ਹੈਗੀ 16:32। ਇਸ ਨੂੰ ਕੱਟ ਕਰ ਸਕਦਾ ਮੈਂ 16 ਤੇ, ਤਾਂ ਰੇਸ਼ੋ ਕੀ ਆ ਗਈ ਆਪਣੇ ਕੋਲੇ 1:2। ਠੀਕ ਹੈ, ਆਪਾਂ ਇੱਕ ਐਗਜ਼ਾਮਪਲ ਹੋਰ ਲੈਂਦੇ ਹਾਂ, ਨਵੀਂ ਐਗਜ਼ਾਮਪਲ ਨਾਲ ਸਮਝਦੇ ਹਾਂ ਇਸ ਨੂੰ। ਹੁਣ ਦੇਖੋ ਜਿਵੇਂ ਨਾਈਟ੍ਰੋਜਨ ਅਤੇ ਆਕਸੀਜਨ, ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਨਾਈਟ੍ਰੋਜਨ ਮੋਨੋਕਸਾਈਡ ਵੀ ਬਣਾਉਂਦੇ ਆ, ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਨਾਈਟ੍ਰੋਜਨ ਡਾਈਆਕਸਾਈਡ ਵੀ ਬਣਾਉਂਦੇ ਆ, ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਡਾਈ ਨਾਈਟ੍ਰੋਜਨ ਟਰਾਈਆਕਸਾਈਡ ਵੀ ਬਣਾਉਂਦੇ ਆ, ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਡਾਈ ਨਾਈਟ੍ਰੋਜਨ ਟੈਟਰਾਆਕਸਾਈਡ ਵੀ ਬਣਾਉਂਦੇ ਆ, ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਡਾਈ ਨਾਈਟ੍ਰੋਜਨ ਪੈਂਟਾਆਕਸਾਈਡ ਵੀ ਬਣਾਉਂਦੇ ਆ। ਮਤਲਬ ਕਿ ਜਦੋਂ ਵੀ ਦੋ ਐਲੀਮੈਂਟਸ ਕੰਬਾਈਨ ਹੋਣਗੇ ਅਤੇ ਕੰਬਾਈਨ ਹੋਣ ਤੋਂ ਬਾਅਦ ਦੋ ਜਾਂ ਦੋ ਤੋਂ ਵੱਧ ਕੰਪਾਊਂਡ ਬਣਾਉਣਗੇ, ਤਾਂ ਉਹਨਾਂ ਦੇ ਵਿੱਚ ਇੱਕ ਐਲੀਮੈਂਟ ਕੀ ਹੋਊਗਾ, ਫਿਕਸ, ਦੂਸਰੇ ਐਲੀਮੈਂਟ ਦੀ ਰੇਸ਼ੋ ਕੀ ਕਰੂਗੀ, ਵੇਰੀ ਕਰੂਗੀ। ਠੀਕ ਹੈ, ਹੁਣ ਦੇਖੋ ਥੋੜ੍ਹਾ ਜਿਹਾ ਇਹਨੂੰ ਰੀਅਰੇਂਜ ਕਰ ਦਿੰਦੇ ਹਾਂ ਆਪਾਂ, ਤਾਂ ਕਿ ਇੱਕ ਐਲੀਮੈਂਟ ਨੂੰ ਕੀ ਕਰ ਲਈ, ਫਿਕਸ ਕਰ ਲਿਓ। ਨਾਈਟ੍ਰੋਜਨ ਕੀ ਕਰ ਲਿਆ ਮੈਂ, ਫਿਕਸ ਕਰ ਲਿਆ। ਦੇਖੋ ਸਭ ਦੇ ਵਿੱਚ ਜਿਹੜਾ ਨਾਈਟ੍ਰੋਜਨ ਹੈ ਉਹ ਆਪਣੇ ਕੋਲ ਕੀ ਦੋ ਨਾਈਟ੍ਰੋਜਨ ਨੇ, ਬਟ ਆਕਸੀਜਨ ਦੀ ਰੇਸ਼ੋ ਕੀ ਕਰ ਰਹੀ ਹੈ, ਵੇਰੀ ਕਰ ਰਹੀ ਹੈ। ਅਗਰ ਆਪਾਂ
ਸਾਰੇ ਕੇਸਿਸ ਨੂੰ ਧਿਆਨ ਨਾਲ ਦੇਖੀਏ ਤਾਂ ਆਪਾਂ ਨੂੰ ਕੀ ਓਬਜ਼ਰਵ ਹੋ ਰਿਹਾ ਹੈ। ਫਸਟ ਕੇਸ ਦੇ ਵਿੱਚ ਕੀ ਹੈ, ਫਸਟ ਕੇਸ ਦੇ 2 ਨਾਈਟ੍ਰੋਜਨ ਹੈ 2 ਆਕਸੀਜਨ ਹੈ। ਸੈਕਿੰਡ ਕੇਸ 'ਚ 2 ਨਾਈਟ੍ਰੋਜਨ ਹੈ 4 ਆਕਸੀਜਨਸ ਨੇ। ਨੈਕਸਟ 'ਚ 2 ਨਾਈਟ੍ਰੋਜਨ 3 ਆਕਸੀਜਨ। ਨੈਕਸਟ ਦੇ ਵਿੱਚ ਕੀ ਹੈ 2 ਨਾਈਟ੍ਰੋਜਨ 4 ਆਕਸੀਜਨ ਅਤੇ ਨੈਕਸਟ ਕੇਸ 'ਚ ਕੀ 2 ਨਾਈਟ੍ਰੋਜਨ ਅਤੇ 5 ਆਕਸੀਜਨ। ਹੁਣ ਦੇਖੋ 2 ਨਾਈਟ੍ਰੋਜਨ ਤਾਂ ਫਿਕਸ ਨੇ, ਆਹ ਤੁਹਾਨੂੰ ਕਲੀਅਰਲੀ ਦਿਖ ਰਿਹਾ, ਬਟ ਆਕਸੀਜਨ ਦੀ ਰੇਸ਼ੋ ਕੀ ਕਰ ਰਹੀ ਹੈ, ਵੇਰੀ ਕਰ ਰਹੀ ਹੈ। ਠੀਕ ਹੈ, ਉਰੇ 3 ਆਕਸੀਜਨ ਨੇ, ਉਰੇ 4 ਨੇ, ਉਰੇ 5 ਨੇ, ਉਰੇ ਵੀ 4 ਨੇ, ਉਰੇ ਕਿੰਨੀਆਂ ਨੇ ਆਪਣੇ ਕੋਲੇ 2 ਆਕਸੀਜਨਸ ਨੇ। ਅਗਰ ਆਕਸੀਜਨ 2 ਨੇ ਤਾਂ ਮਾਸ ਕਿੰਨਾ ਆਊਗਾ 32। ਅਗਰ ਆਕਸੀਜਨ 3 ਨੇ ਤਾਂ ਮਾਸ ਕਿੰਨਾ ਆਊਗਾ 48। ਅਗਰ ਆਕਸੀਜਨ 4 ਨੇ ਤਾਂ ਮਾਸ ਕਿੰਨਾ ਆਊਗਾ 64। ਅਗਰ ਆਕਸੀਜਨ 5 ਨੇ ਤਾਂ ਮਾਸ ਕਿੰਨਾ ਆਊਗਾ 80। ਅਗਰ ਇਹਨਾਂ ਆਪਾਂ 4 ਕੰਪਾਊਂਡ ਦੇ ਵਿੱਚ ਆਕਸੀਜਨ ਦੀ ਰੇਸ਼ੋ ਦੇਖੀਏ ਤਾਂ ਰੇਸ਼ੋ ਕੀ ਆ ਗਈ 32 ਰੇਸ਼ੋ 48 ਰੇਸ਼ੋ 64 ਰੇਸ਼ੋ 80। ਠੀਕ ਹੈ, ਸਪੋਜ਼ ਕਰੋ ਆਪਾਂ 4 ਕੰਪਾਊਂਡ ਲਏ, 2 ਆਕਸੀਜਨ 3 ਆਕਸੀਜਨ 4 ਆਕਸੀਜਨ ਅਤੇ 5 ਆਕਸੀਜਨ। ਹੁਣ ਦੇਖੋ ਇਹਨਾਂ ਦੇ ਵਿੱਚ ਰੇਸ਼ੋ ਆ ਰਹੀ ਹੈ ਉਹ ਵੀ ਕੀ ਆਊਗੀ, ਸਿੰਪਲ ਹੋਲ ਨੰਬਰ ਰੇਸ਼ੋ ਆ ਗਈ। ਨਾਈਟ੍ਰੋਜਨ ਦਾ ਮਾਸ ਤਾਂ ਫਿਕਸ ਹੈ ਬਟ ਆਕਸੀਜਨ ਦਾ ਮਾਸ ਕੀ ਕਰ ਰਿਹਾ ਹੈ, ਵੇਰੀ ਕਰ ਰਿਹਾ ਹੈ। ਕਲੀਅਰ ਹੈ, ਇਹ 16  'ਤੇ ਕੀ ਕਰ ਸਕਦੇ ਹਾਂ ਆਪਾਂ, ਕੱਟ ਕਰ ਸਕਦੇ ਹਾਂ। ਅਤੇ ਕੱਟ ਕਰਨ ਤੋਂ ਬਾਅਦ ਜੋ ਆਪਣੇ ਕੋਲ ਰੇਸ਼ੋ ਆ ਗਈ ਉਹ ਕੀ ਆ ਜੂਗੀ 2 ਰੇਸ਼ੋ 3 ਰੇਸ਼ੋ 4 ਰੇਸ਼ੋ 5। ਰੇਸ਼ੋ ਆਪਣੇ ਕੋਲ ਹਮੇਸ਼ਾ ਕੀ ਆਊਗੀ, ਸਿੰਪਲ ਹੋਲ ਨੰਬਰ ਰੇਸ਼ੋ ਆਊਗੀ। ਇਹ ਆਪਣਾ ਲੋ ਹੈ, ਲੋ ਆਫ ਮਲਟੀਪਲ ਪ੍ਰਪੋਰਸ਼ਨ ਦਿੱਤਾ ਕਿ ਨਹੀਂ ਸੀ ਜੌਨ ਡਾਲਟਨ ਨੇ। ਇਹ ਕੀ ਕਹਿੰਦਾ ਹੈ, ਕਹਿੰਦਾ ਜਦੋਂ ਵੀ ਆਪਾਂ ਕੋਈ ਕੰਪਾਊਂਡ ਫੋਮ ਹੁੰਦਾ ਹੈ 2 ਐਲੀਮੈਂਟਸ ਤੋਂ, ਉਹ 2 ਐਲੀਮੈਂਟਸ ਮਿਲ ਕੇ 2 ਜਾਂ 2 ਤੋਂ ਵੱਧ ਕੰਪਾਊਂਡ ਬਣਾ ਸਕਦੇ ਹੈ ਜਿਨ੍ਹਾਂ ਦੇ ਵਿੱਚ ਇੱਕ ਐਲੀਮੈਂਟ ਕੀ ਹੋਊਗਾ, ਫਿਕਸ ਹੋਊਗਾ ਅਤੇ ਦੂਸਰੇ ਐਲੀਮੈਂਟ ਦੀ ਮਾਸ ਦੀ ਰੇਸ਼ੋ ਕੀ ਕਰਦੀ ਰਹੂਗੀ, ਵੇਰੀ ਕਰਦੀ ਰਹੂਗੀ। ਅਤੇ ਰੇਸ਼ੋ ਹੋਊਗੀ ਕਿ ਸਿੰਪਲ ਹੋਲ ਨੰਬਰ ਰੇਸ਼ੋ ਹੋਊਗੀ। ਨੈਕਸਟ ਲੋ ਆਪਣਾ ਲੋ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ। ਠੀਕ ਹੈ, ਹੁਣ ਜੋ ਲੋ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ ਸੀ ਇਹ ਲੋ ਆਪਾਂ ਨੂੰ ਦਿੱਤਾ ਸੀਗਾ ਰਿਚਟਰ ਨੇ। ਫਸਟ ਲੋ ਦਿੱਤਾ ਸੀ ਆਪਾਂ ਨੂੰ ਲੋ ਆਫ ਕੰਜ਼ਰਵੇਸ਼ਨ ਆਫ ਮਾਸ ਐਂਟੋਨੀ ਲੈਵੋਸ਼ੀਅਰ ਨੇ। ਸੈਕਿੰਡ ਲੋ ਆਫ ਕੌਂਸਟੈਂਟ ਕੰਪੋਜੀਸ਼ਨ JL ਪ੍ਰੂਸਟ ਨੇ। ਥਰਡ ਲੋ ਆਫ ਮਲਟੀਪਲ ਪ੍ਰਪੋਰਸ਼ਨ ਇਹ ਦਿੱਤਾ ਸੀ ਜੌਨ ਡਾਲਟਨ ਨੇ। ਅਤੇ ਫਿਫਥ ਵਨ ਇਜ਼ ਲੋ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ, ਇਹ ਕਿਹਨੇ ਦਿੱਤਾ ਆਪਾਂ ਨੂੰ, ਰਿਚਟਰ ਨੇ। ਕਲੀਅਰ, ਹੁਣ ਦੇਖੋ ਇਹ ਲੋ ਕੀ ਕਹਿੰਦਾ ਹੈ, ਫੋਰਥ ਲੋ ਆਪਣਾ ਕੀ ਕਹਿੰਦਾ ਹੈ। ਹੁਣ ਰਿਚਟਰ ਨੇ ਕੀ ਕਿਹਾ, ਕਹਿੰਦਾ ਜਦੋਂ ਕੋਈ 2 ਐਲੀਮੈਂਟ A ਅਤੇ B ਕਿਸੇ ਫਿਕਸਡ ਐਲੀਮੈਂਟ ਨਾਲ ਕੰਬਾਈਨ ਕਰਦੇ ਨੇ, ਕਿਸੇ ਫਿਕਸ ਐਲੀਮੈਂਟ C ਨਾਲ ਕੰਬਾਈਨ ਕਰਦੇ ਹੈ ਤਾਂ ਕੀ ਹੋਊਗਾ, ਜਿਹੜਾ ਆਪਣਾ C ਐਲੀਮੈਂਟ ਹੋਊਗਾ ਇਹਦਾ ਮਾਸ ਤਾਂ ਹੋਊਗਾ ਫਿਕਸ ਬਟ A ਅਤੇ B ਐਲੀਮੈਂਟ ਦਾ ਮਾਸ ਕੀ ਕਰ ਰਿਹਾ ਹੋਊਗਾ, ਵੇਰੀ ਕਰ ਰਿਹਾ ਹੋਊਗਾ। ਦੋਨੋਂ ਕਾਮਨ ਐਲੀਮੈਂਟ ਜਦੋਂ ਰਿਐਕਟ ਕਰਨਗੇ ਕਿਸੇ ਥਰਡ ਐਲੀਮੈਂਟ ਦੇ ਨਾਲ ਤਾਂ ਜੇ ਥਰਡ ਐਲੀਮੈਂਟ ਦਾ ਮਾਸ ਕੀ ਹੋਊਗਾ, ਫਿਕਸ, ਬਟ ਇਹਨਾਂ ਦਾ ਖੁਦ ਦਾ ਮਾਸ ਕੀ ਕਰ ਰਿਹਾ ਹੋਊਗਾ, ਵੇਰੀ ਕਰ ਰਿਹਾ ਹੋਊਗਾ। ਅਤੇ ਜਿਹੜੀ ਰੇਸ਼ੋ ਦੇ ਵਿੱਚ ਖੁਦ ਵੀ ਕੰਬਾਈਨ ਕਰਨਗੇ ਉਹ ਵੀ ਕੀ ਹੋਊਗੀ, ਬਾਈ ਮਾਸ ਸਿੰਪਲ ਹੋਲ ਨੰਬਰ ਰੇਸ਼ੋ ਹੋਊਗੀ। ਇਹਦੀ ਪਹਿਲਾਂ ਡੈਫੀਨੇਸ਼ਨ ਪੜ੍ਹਦੇ ਹਾਂ ਫਿਰ ਆਪਾਂ ਇਹਨੂੰ ਐਗਜ਼ਾਮਪਲ ਦੇ ਨਾਲ ਕਲੀਅਰਲੀ ਸਮਝਾਂਗੇ। ਹੋ ਸਕਦਾ ਕਿ ਤੁਹਾਨੂੰ ਸਮਝ ਨਾ ਆਇਆ ਹੋਵੇ ਬਟ ਐਗਜ਼ਾਮਪਲ ਦੇ ਨਾਲ ਕਲੀਅਰਲੀ ਤੁਹਾਨੂੰ ਸਮਝ ਆ ਜਾਊਗਾ। ਕੀ ਕਹਿ ਨੇ ਕਿ ਜਦੋਂ ਵੀ 2 ਡਿਫਰੈਂਟ ਐਲੀਮੈਂਟ ਕੰਬਾਈਨ ਕਰਨਗੇ A ਅਤੇ B ਸੈਪਰੇਟਲੀ ਵਿਦ ਫਿਕਸਡ ਮਾਸ ਆਫ ਥਰਡ ਐਲੀਮੈਂਟ, ਥਰਡ ਐਲੀਮੈਂਟ ਕਿਹੜਾ ਆਪਣੇ ਕੋਲ C, ਦ ਰੇਸ਼ੋ ਇਨ ਵਿਚ ਦੇ ਡੂ ਸੋ ਵਿਲ ਬੀ ਸਮ ਸਿੰਪਲ ਮਲਟੀਪਲ ਰੇਸ਼ੋ। ਸਿੰਪਲ ਮਲਟੀਪਲ ਰੇਸ਼ੋ ਹੋਊਗੀ ਜਿਹਦੇ ਵਿੱਚ ਕੀ ਕਰਨਗੇ, ਉਹ ਕੰਬਾਈਨ ਕਰਨਗੇ ਇੱਕ ਦੂਸਰੇ ਦੇ ਨਾਲ ਅਤੇ ਐਲੀਮੈਂਟ C ਦੇ ਨਾਲ। ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਦੇਖੋ ਮੈਂ 2 ਐਲੀਮੈਂਟ ਅਲੱਗ-ਅਲੱਗ ਐਲੀਮੈਂਟ, ਇੱਕ A ਅਤੇ B ਐਲੀਮੈਂਟ ਕੀ ਲਿਆ। A ਐਲੀਮੈਂਟ ਸਪੋਜ਼ ਕਰੋ ਮੈਂ ਸਲਫਰ ਕੰਸੀਡਰ ਕੀਤਾ ਅਤੇ B ਐਲੀਮੈਂਟ ਸਪੋਜ਼ ਕਰੋ ਮੈਂ ਆਕਸੀਜਨ ਕੰਸੀਡਰ ਕੀਤਾ। ਹੁਣ ਸਲਫਰ ਅਤੇ ਆਕਸੀਜਨ ਦੋਨੋਂ ਕੰਬਾਈਨ ਕਰ ਰਿਹਾ ਇੱਕ ਫਿਕਸਡ ਮਾਸ ਦੇ ਨਾਲ। ਉਹ ਫਿਕਸਡ ਮਾਸ ਆਪਣੇ ਕੋਲ ਕੀ ਹੈ, ਹਾਈਡਰੋਜਨ। ਜਦੋਂ ਸਲਫਰ ਹਾਈਡਰੋਜਨ ਨਾਲ ਕੰਬਾਈਨ ਕੀਤਾ, ਸਲਫਰ ਅਤੇ ਹਾਈਡਰੋਜਨ ਮਿਲ ਕੇ ਕੀ ਬਣਾਉਣਗੇ, ਹਾਈਡਰੋਜਨ ਸਲਫਾਈਡ, ਅਤੇ ਹਾਈਡਰੋਜਨ ਅਤੇ ਆਕਸੀਜਨ ਮਿਲ ਕੇ ਕੀ ਬਣਾਉਣਗੇ, ਡਾਈਹਾਈਡਰੋਜਨ ਆਕਸਾਈਡ, ਮਤਲਬ ਕੀ ਬਣਾਉਣਗੇ, ਵਾਟਰ। ਠੀਕ ਹੈ, ਅਗਰ ਆਕਸੀਜਨ ਸਲਫਰ ਖੁਦ ਰਿਐਕਟ ਕਰਨਗੇ ਤਾਂ ਕੀ ਬਣੂਗਾ ਆਪਣੇ ਕੋਲ SO2। ਹੁਣ ਫਸਟ ਅਤੇ ਸੈਕਿੰਡ ਕੰਪਾਊਂਡ ਨੂੰ ਧਿਆਨ ਨਾਲ ਦੇਖੋ। ਹੁਣ ਜੋ ਸਲਫਰ ਹਾਈਡਰੋਜਨ ਨਾਲ ਕੰਬਾਈਨ ਕੀਤਾ ਤਾਂ ਕੀ ਬਣਿਆ ਆਪਣੇ ਕੋਲ H2S। ਜਦੋਂ ਆਕਸੀਜਨ ਹਾਈਡਰੋਜਨ ਨਾਲ ਕੰਬਾਈਨ ਕੀਤਾ ਹੈ ਤਾਂ ਆਪਣੇ ਕੋਲ ਕੀ ਬਣਿਆ H2O।
ਹੁਣ ਫਸਟ ਕੇਸ ਦੇ ਵਿੱਚ H2S ਦੇ ਵਿੱਚ ਕੀ ਹੈ, ਹਾਈਡਰੋਜਨ ਦੇ ਰੇਸ਼ੋ ਕਿੰਨੀ ਆਊਗੀ ਬਾਈ ਮਾਸ 2, ਤੇ ਸਲਫਰ ਦੀ ਰੇਸ਼ੋ ਕਿੰਨੀ ਆਊਗੀ ਆਪਣੇ ਕੋਲੇ 32। ਤਾਂ ਰੇਸ਼ੋ ਆਪਣੇ ਕੋਲ ਕੀ ਆ ਗਈ 2:32। ਤੇ ਨੈਕਸਟ ਕੇਸ ਦੇ ਵਿੱਚ ਕੀ ਆਊਗੀ 2:16, 2 ਹਾਈਡਰੋਜਨ ਵਾਸਤੇ ਤੇ 16 ਆਪਣੇ ਕੋਲ ਕਿਹਦੇ ਵਾਸਤੇ ਹੈ, ਆਕਸੀਜਨ ਦੇ ਲਈ। ਹੁਣ ਦੇਖੋ 2 ਮਾਸ ਤਾਂ ਫਿਕਸ ਹੈ, ਬਟ ਸਲਫਰ ਤੇ ਆਕਸੀਜਨ ਦਾ ਮਾਸ ਕੀ ਕਰ ਰਿਹਾ, ਵੇਰੀ ਕਰ ਰਿਹਾ ਹੈ। ਤੇ ਕਿਹੜੀ ਰੇਸ਼ੋ ਦੇ ਵਿੱਚ ਵੇਰੀ ਕਰ ਰਿਹਾ ਹੈ, ਉਹ ਕੀ ਆਪਣੇ ਕੋਲੇ ਸਿੰਪਲ ਮਲਟੀਪਲ ਰੇਸ਼ੋ ਜਾਂ ਕੀ ਹੈ ਹੋਲ ਨੰਬਰ ਰੇਸ਼ੋ। ਤਾਂ ਰੇਸ਼ੋ ਕੀ ਆ ਗਈ 2:1। ਕਲੀਅਰਲੀ ਅਗਰ ਆਪਾਂ ਇਹਨਾਂ ਐਲੀਮੈਂਟ ਦੀ ਖੁਦ ਦੀ ਰੇਸ਼ੋ ਵੀ ਦੇਖੀਏ, ਉਹ ਵੀ ਕੀ ਹੋਊਗੀ ਆਪਣੇ ਕੋਲੇ ਸਿੰਪਲ ਹੋਲ ਨੰਬਰ ਰੇਸ਼ੋ ਹੋਊਗੀ ਜਾਂ ਸਿੰਪਲ ਮਲਟੀਪਲ ਰੇਸ਼ੋ। SO2 ਦੇ ਵਿੱਚ ਜੋ ਖੁਦ ਕੰਬਾਈਨ ਕੀਤੇ, ਸਲਫਰ ਦਾ ਮਾਸ ਕਿੰਨਾ ਹੈ 32, ਆਕਸੀਜਨ ਦਾ ਕਿੰਨਾ ਹੈ 16/2। ਤਾਂ ਰੇਸ਼ੋ ਕਿੰਨੀ ਆ ਗਈ 32:32। ਤਾਂ ਰੇਸ਼ੋ ਕਿੰਨੀ ਆ ਗਈ 1:1। ਕਹਿੰਦੇ ਜਿਹੜੀ ਰੇਸ਼ੋ 'ਚ ਖੁਦ ਵੀ ਕੰਬਾਈਨ ਹੋਣਗੇ ਉਹ ਵੀ ਸਿੰਪਲ ਮਲਟੀਪਲ ਰੇਸ਼ੋ ਹੋਊਗੀ, ਤੇ ਜਿਹੜੀ ਰੇਸ਼ੋ ਦੇ ਵਿੱਚ ਫਿਕਸਡ ਐਲੀਮੈਂਟ ਨਾਲ ਕੰਬਾਈਨ ਕਰਨਗੇ ਉਹ ਰੇਸ਼ੋ ਵੀ ਕੀ ਹੋਊਗੀ, ਇੱਕ ਸਿੰਪਲ ਮਲਟੀਪਲ ਰੇਸ਼ੋ ਹੋਊਗੀ। ਆਈ ਹੋਪ ਸੋ ਕਿ ਤੁਹਾਨੂੰ ਸਮਝ ਆਇਆ ਹੋਊਗਾ। ਆਪਾਂ ਚੱਲਦੇ ਹਾਂ ਨੈਕਸਟ ਲੋ 'ਤੇ। ਜਿਹੜੇ 4 ਲੋ ਆਪਾਂ ਪਹਿਲਾਂ ਪੜ੍ਹੇ ਆ, ਇਹ 4 ਦੇ 4 ਲੋ ਡੀਲ ਕਰਦੇ ਆ ਮਾਸ ਦੇ ਨਾਲ। 5th ਲੋ ਆ ਜਿਹੜਾ ਆਪਣਾ ਉਹ ਡੀਲ ਕਰਦਾ ਹੈ ਵੋਲੀਅਮ ਦੇ ਨਾਲ, ਤੇ ਉਸ ਲੋ ਦਾ ਨਾਮ ਹੈ ਗੇ-ਲੁਸੈਕਸ ਲੋ। ਗੇ-ਲੁਸੈਕਸ ਲੋ ਆਫ ਕੌਂਸਟੈਂਟ ਵੋਲੀਅਮ ਜਾਂ ਗੈਸੀਅਸ ਵੋਲੀਅਮ। ਠੀਕ ਹੈ, ਹੁਣ ਦੇਖੋ ਇਹ ਲੋ ਕੀ ਕਹਿੰਦਾ ਹੈ, ਕਹਿੰਦਾ ਜਦੋਂ ਦੋ ਗੈਸਿਸ ਵੈਨ 2 ਗੈਸਿਸ ਰਿਐਕਟ ਟੂਗੈਦਰ। ਠੀਕ ਹੈ, ਜਦੋਂ ਕੋਈ ਦੋ ਗੈਸਿਸ ਰਿਐਕਟ ਕਰਦੀਆਂ ਆਪਸ ਦੇ ਵਿੱਚ, ਦੈਨ ਦੇ ਫੋਰਮ ਏ ਨਿਊ ਥਰਡ ਗੈਸ। ਜਦੋਂ ਕੋਈ ਦੋ ਗੈਸਿਸ ਆਪਸ ਰਿਐਕਟ ਕਰਕੇ ਕੋਈ ਤੀਸਰੀ ਨਵੀਂ ਗੈਸ ਬਣਾਉਂਦੀ ਹੈ, ਤਾਂ ਜਿਸ ਰੇਸ਼ੋ ਦੇ ਵਿੱਚ ਇਹ ਗੈਸਿਸ ਰਿਐਕਟ ਕਰਨਗੀਆਂ ਉਹ ਰੇਸ਼ੋ ਬਾਈ ਵੋਲੀਅਮ ਕੀ ਹੋਊਗੀ, ਸਿੰਪਲ ਹੋਲ ਨੰਬਰ ਰੇਸ਼ੋ ਹੋਊਗੀ। ਠੀਕ ਹੈ, ਜਿਵੇਂ ਕਿ ਆਪਾਂ ਹਾਈਡਰੋਜਨ ਤੇ ਕਲੋਰੀਨ ਨੂੰ ਰਿਐਕਟ ਕਰਵਾਈਏ ਤਾਂ ਕੀ ਬਣੂਗਾ HCl। ਇਸ ਦੇ ਕਿੰਨੇ ਵੋਲੀਅਮ ਲਿਆ 1, ਇਹਦਾ ਕਿੰਨਾ ਵੋਲੀਅਮ ਲਿਆ 1, ਇਸ ਦੀ ਕਿੰਨਾ ਵੋਲੀਅਮ ਲਿਆ 2। ਤਾਂ ਰੇਸ਼ੋ ਆਪਣੇ ਕੋਲ ਕੀ ਆ ਗਈ ਸਿੰਪਲੀ 1:1:2। ਇਹ ਸਭ ਤੋਂ ਸਿੰਪਲੈਸਟ ਲੋ ਹੈ। ਕਲੀਅਰਲੀ ਐਲੀਮੈਂਟਸ ਨੂੰ ਦੇਖਣਾ ਤੇ ਵੋਲੀਅਮ ਲਿਖਣਾ। ਇਹਦਾ ਵੋਲੀਅਮ 1, ਇਹਦਾ ਵੀ 1, ਇਹਦਾ ਕਿੰਨਾ ਆਪਣੇ ਕੋਲੇ ਡਬਲ ਹੈ। ਕਲੀਅਰਲੀ ਦਿਖ ਲਿਆ, ਇਹਦਾ ਇੱਕ ਪਾਰਟ ਹੈ, ਇਹਦਾ ਵੀ ਇੱਕ ਪਾਰਟ ਹੈ, ਇਹਦੇ ਕਿੰਨੇ ਪਾਰਟ ਨੇ 2। ਤਾਂ ਰੇਸ਼ੋ ਕੀ ਆ ਗਈ 1:1:2। ਆਪਾਂ ਕੋਈ ਹੋਰ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਕਰੋ ਨਾਈਟ੍ਰੋਜਨ ਗੈਸ ਤੇ ਹਾਈਡਰੋਜਨ ਗੈਸ ਆਪਸ 'ਚ ਰਿਐਕਟ ਕਰਕੇ ਕੀ ਬਣਾ ਰਹੇ ਹੈ, ਅਮੋਨੀਆ। ਠੀਕ ਹੈ, ਹੁਣ ਦੇਖੋ ਉਹਦੇ ਨਾਈਟ੍ਰੋਜਨ ਦਾ ਵੋਲੀਅਮ ਕਿੰਨਾ ਹੈ 1 ਵੋਲੀਅਮ, ਹਾਈਡਰੋਜਨ ਦਾ ਕਿੰਨਾ ਹੈ 3 ਵੋਲੀਅਮ, ਤੇ ਅਮੋਨੀਆ ਦਾ ਕਿੰਨਾ ਆਪਣੇ ਕੋਲੇ 2 ਵੋਲੀਅਮ। ਤਾਂ ਰੇਸ਼ੋ ਕੀ ਆ ਗਈ ਬਾਈ ਵੋਲੀਅਮ ਇਹਨਾਂ ਦੀ 1:3:2 ਅੰਡਰ ਆਲ ਦਾ ਸਿਮਿਲਰ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਠੀਕ ਹੈ, ਮਤਲਬ 5th ਲੋ ਡੀਲ ਕਰਦਾ ਸਿਰਫ ਵੋਲੀਅਮ ਦੇ ਨਾਲ, ਤੇ ਬਾਕੀ 4 ਲੋ ਕਿਹਦੇ ਨਾਲ ਡੀਲ ਕਰਦੇ ਆਪਣੇ ਮਾਸ ਦੇ ਨਾਲ। ਠੀਕ ਹੈ, ਇਹ 5 ਲੋ ਕਾਫੀ ਇੰਪੋਰਟੈਂਟ ਨੇ, ਤੁਸੀਂ ਇਹਨਾਂ ਨੂੰ ਥਿਓਰੈਟਿਕਲੀ ਚੰਗੀ ਤਰ੍ਹਾਂ ਪੜ੍ਹਨਾ ਹੈ ਤੇ ਇਸ ਦੇ ਬੇਸਿਸ 'ਤੇ ਨਿਊਮੈਰੀਕਲ ਵੀ ਸੋਲਵ ਕਰਨੇ ਹੈ। ਥੈਂਕ ਯੂ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।